ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 24ਵੀਂ ਤੇ ਪਦ ਚੌਥਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ, ਇਸ ਧਰਤੀ ਉੱਤੇ ਇੰਨਾ ਅਕਲਮੰਦ ਨਹੀਂ ਜਿਹੜਾ ਗੁਰੂ ਮਹਾਰਾਜ ਦੀਆਂ ਰਮਜ਼ਾਂ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਉਹਨਾਂ ਪ੍ਰਾਣੀ ਵਿਚਾਰ ਕਰ ਸਕਦਾ ਹੈ, ਉਹਨਾਂ ਬੋਲ ਸਕਦਾ ਹੈ, ਉਹਨਾਂ ਹੀ ਸੁਣ ਸਕਦਾ ਹੈ। ਆਪਣੇ ਆਪ ਵਿੱਚ ਇਨਸਾਨ ਕੁਝ ਵੀ ਨਹੀਂ ਹੈ। ਜਿਸ ਤਰ੍ਹਾਂ ਸੱਚੇ ਪਾਤਸ਼ਾਹ ਚਲਾਉਂਦੇ ਹਨ ਉਸ ਤਰ੍ਹਾਂ ਚੱਲਦਾ ਹੈ। ਗੁਰੂ ਪਿਆਰਿਓ, ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਬਹੁਤ ਹੀ ਵਡਮੁੱਲਾ ਖਜ਼ਾਨਾ ਹੈ, ਅੰਮ੍ਰਿਤ ਦਾ ਸਾਗਰ ਹੈ। ਸੱਚੇ ਪਾਤਸ਼ਾਹ ਨੇ ਇਨਸਾਨ ਨੂੰ ਭਗਵਾਨ ਦੇ ਨਾਲ ਸਮੋ ਜਾਣ ਦਾ ਇੱਕ ਜ਼ਰੀਆ ਸਾਨੂੰ ਸਮਝਾਇਆ ਹੈ। ਬਹੁਤ ਹੀ ਪਿਆਰੀ ਵਿਧੀ ਆਪਣੇ ਸਿੱਖਾਂ ਨੂੰ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਮੈਂ ਨੂੰ ਕੁਰਬਾਨ ਕਰਕੇ ਗੁਰੂ ਪਾਤਸ਼ਾਹ ਦੀ ਮਿਹਰ ਦੇ ਨਾਲ ਪ੍ਰਭੂ ਨੂੰ ਮਿਲ ਸਕਦੇ ਹੋ। 24 ਅਸ਼ਟਪਦੀਆਂ ਹਨ, 24,000 ਅੱਖਰ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਾਣੀ 8 ਪਦ ਹਨ। ਹਰ ਅਸ਼ਟਪਦੀ ਦੇ ਅੱਗੇ ਸ਼ਲੋਕ ਆਉਂਦਾ ਹੈ। ਸੱਚੇ ਪਾਤਸ਼ਾਹ ਨੇ ਬਹੁਤ ਅਪਾਰ ਮਿਹਰ ਕੀਤੀ ਹੈ ਕਿ ਕਿਸ ਤਰ੍ਹਾਂ ਪ੍ਰਾਣੀ ਪ੍ਰਭੂ ਦੇ ਨਾਲ ਮਿਲਾਪ ਕਰ ਸਕਦਾ ਹੈ। ਦੂਸਰੇ ਪਾਸੇ ਸਮਾਂ ਹੈ, ਪਲ ਤੋਂ ਸ਼ੁਰੂ ਹੁੰਦਾ ਹੈ, ਜਿਹਨੂੰ ਅਸੀਂ ਸੈਕਿੰਡ ਕਹਿੰਦੇ ਹਾਂ। ਫਿਰ ਘੰਟਾ ਬਣਦਾ ਹੈ, ਘੰਟੇ ਤੋਂ ਬਾਅਦ ਦਿਨ, ਦਿਨ ਤੋਂ ਬਾਅਦ ਦਿਨ ਰਾਤ। ਇਸ ਤਰ੍ਹਾਂ ਹਫ਼ਤੇ, ਮਹੀਨੇ, ਸਾਲ, ਸਦੀਆਂ ਚੱਲਦਾ ਰਹਿੰਦਾ ਹੈ। ਪਰ ਸਮਾਂ ਜਿੰਨਾ ਵੀ ਮਰਜ਼ੀ ਵੱਡਾ ਹੋਵੇ ਮੁੱਕ ਜਾਂਦਾ ਹੈ। ਇਸੇ ਤਰ੍ਹਾਂ ਇਨਸਾਨ ਹੈ, ਜਿੱਡਾ ਵੀ ਮਰਜ਼ੀ ਉਹਦੀ ਵੱਡੀ ਉਮਰ ਹੋਵੇ ਇੱਕ ਦਿਨ ਮੁੱਕ ਜਾਂਦੀ ਹੈ। ਚੱਲਣਹਾਰ ਹੈ, ਅਚਲ ਦੇ ਨਾਲ ਮਿਲਾਪ ਹੋ ਸਕਦਾ ਹੈ ਜੇ ਉਹ ਆਪਣੀ ਮਸ਼ੱਕਤ ਕਰੇ ਤਾਂ। 24,000 ਸਵਾਸ ਆਉਂਦੇ ਹਨ 24 ਘੰਟਿਆਂ ਦੇ ਵਿੱਚ। ਇੱਕ ਘੰਟੇ ਦੇ ਵਿੱਚ ਤਕਰੀਬਨ 1,000 ਸਵਾਸ ਪ੍ਰਾਣੀ ਲੈਂਦਾ ਹੈ। ਜੇ ਪ੍ਰਾਣੀ ਆਪਣੀ ਕਿਰਿਆ ਰੋਜ਼ ਨਾਮਚਾ ਬਦਲ ਦੇਵੇ ਵਾਹਿਗੁਰੂ ਦੀ ਕਿਰਪਾ ਦੇ ਨਾਲ, ਤਾਂ ਉਹਦੇ ਸਰੀਰ ਵਿੱਚ ਛੁਪਿਆ ਸਿਸਟਮ ਆਪਣੇ ਆਪ ਨਾਮ ਲੈਣ ਲੱਗ ਜਾਵੇਗਾ। ਹਰ ਸਵਾਸ ਦੇ ਨਾਲ ਵਾਹਿਗੁਰੂ ਵਾਹਿਗੁਰੂ। ਜਦੋਂ ਸਵਾਸ ਅੰਦਰ ਪ੍ਰਵੇਸ਼ ਕਰਦਾ ਹੈ ਵਾਹਿਗੁਰੂ ਵਾਹਿਗੁਰੂ, ਜਦੋਂ ਜੀਵਨ ਦੇ ਕੇ ਬਾਹਰ ਨਿਕਲਦਾ ਹੈ ਫਿਰ ਵਾਹਿਗੁਰੂ ਵਾਹਿਗੁਰੂ। ਸਵਾਸ ਪੁਰਾਣੀ ਆਦਤ ਪਾ ਲਵੇ ਤਾਂ ਇਹ 84 ਲੱਖ ਜੂਨ ਦੇ ਬੰਧਨ ਕੱਟੇ ਜਾਂਦੇ ਹਨ। ਪਿਆਰਾ ਪ੍ਰੀਤਮ ਉਡੀਕ ਰਿਹਾ ਹੈ ਆਪਣੇ ਪਿਆਰੇ ਸਿੱਖ ਨੂੰ ਤੇ ਆਪਣੇ ਵਿੱਚ ਮਿਲਾ ਲੈਂਦਾ ਹੈ, ਆਪਣੇ ਵਰਗਾ ਰੂਪ ਦੇ ਦਿੰਦਾ ਹੈ। ਸਿਰਫ ਤੇ ਸਿਰਫ ਪ੍ਰਾਣੀ ਨੂੰ ਮਾਇਆ ਵੱਲੋਂ ਮੂੰਹ ਹਟਾ ਕੇ ਪਰਮਾਤਮਾ ਵੱਲ ਕਰਨ ਦੀ ਲੋੜ ਹੈ। ਸੱਚੇ ਪਾਤਸ਼ਾਹ ਨੇ ਬਹੁਤ ਹੀ ਪਿਆਰੀ ਵਿਧੀ, ਸੌਖਾ ਤਰੀਕਾ
ਆਪਣੇ ਪਿਆਰੇ ਸਿੱਖਾਂ ਨੂੰ ਸਮਝਾਇਆ ਹੈ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਵਿਸ਼ਾ ਹੈ ਪ੍ਰੀਤਮ ਪਿਆਰੇ ਦੀ ਉਸਤਤ, ਸਿਫਤ ਸਲਾਹ, ਅਕਾਲ ਦੀ ਮਹਿਮਾ ਗਾਇਨ ਕੀਤੀ ਹੈ। ਗੁਰੂ ਸਾਹਿਬ ਨੇ ਈਸ਼ਵਰ ਦਾ ਗੀਤ ਗਾਇਆ ਹੈ। ਸੱਚੇ ਪਾਤਸ਼ਾਹ ਨੇ ਸੂਖਮ ਰੂਪ ਤੋਂ ਸ਼ੁਰੂ ਹੋ ਕੇ ਉਹਦਾ ਵਿਰਾਟ ਰੂਪ, ਉਹਦੇ ਅਨੇਕ ਰੂਪ, ਉਹਦਾ ਨਿਰਆਕਾਰ ਰੂਪ, ਉਹਦਾ ਉਹ ਰੂਪ ਜਦੋਂ ਅਜੇ ਰਚਨਾ ਵੀ ਨਹੀਂ ਰਚੀ ਸੀ, ਜਦੋਂ ਪ੍ਰਭੂ ਬਿਲਕੁਲ ਆਪਣੇ ਵਿੱਚ ਹੀ ਸੀ, ਪਰ ਉਦੋਂ ਵੀ ਈਸ਼ਵਰ ਮਿਹਰਬਾਨ ਪ੍ਰਸੰਨ ਸੀ ਆਪਣੇ ਆਪ ਦੇ ਵਿੱਚ। ਦੂਸਰਾ ਵਿਸ਼ਾ ਉਹਨਾਂ ਭਗਤਾਂ ਦਾ ਚੁਣਿਆ ਹੈ, ਉਹਨਾਂ ਜਨਾਂ ਦਾ ਚੁਣਿਆ ਹੈ ਜਿਹੜੇ ਦਾਸ ਹਨ, ਆਪਣੀ ਈਗੋ ਮੁਕਾ ਚੁੱਕੇ ਹਨ, ਆਪਣਾ ਆਪ ਪ੍ਰਭੂ ਨੂੰ ਸੌਂਪ ਚੁੱਕੇ ਹਨ, ਨਾ ਚੀਜ਼ ਹੋ ਕੇ ਚਰਨਾਂ ਦੀ ਧੂੜ ਬਣ ਕੇ ਜੀਵਨ ਕੱਟਦੇ ਹਨ, ਪਰ ਉਹ ਪ੍ਰਭੂ ਦੇ ਬਹੁਤ ਪਿਆਰੇ ਹਨ। ਪ੍ਰਭੂ ਉਹਨਾਂ ਦੇ ਵਿੱਚ ਵਸਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਚਰਨਾਂ ਦੀ ਧੂੜੀ ਲੋੜੀ ਹੈ। ਸੱਚੇ ਪਾਤਸ਼ਾਹ ਨੇ ਆਪਣੇ ਆਪ ਨੂੰ ਕੁਰਬਾਨ ਕਰਨ ਦੇ ਲਈ ਉਹਨਾਂ ਪਿਆਰਿਆਂ ਦੇ ਉੱਤੋਂ ਇੱਛਾ ਜ਼ਾਹਰ ਕੀਤੀ ਹੈ। ਉਹਨਾਂ ਦੇ ਚਰਨ ਧੋ ਧੋ ਕੇ ਪੀਣ ਦਾ ਸੱਚੇ ਪਾਤਸ਼ਾਹ ਦਾ ਇਰਾਦਾ ਹੈ, ਪਿਆਰ ਦੇ ਨਾਲ, ਕਿਉਂਕਿ ਉਹ ਪ੍ਰੀਤਮ ਦੇ ਪਿਆਰੇ ਹਨ। ਗੁਰੂ ਪਿਆਰਿਓ, ਤੀਸਰਾ ਵਿਸ਼ਾ ਸੱਚੇ ਪਾਤਸ਼ਾਹ ਨੇ ਚੁਣਿਆ ਹੈ ਉਹਨਾਂ ਨਿੰਦਕਾਂ ਦਾ, ਉਹਨਾਂ ਨਾ ਪੱਖੀ ਲੋਕਾਂ ਦਾ, ਜਿਹੜੇ ਹਰ ਰੋਜ਼ ਨੁਕਤਾਚੀਨੀ ਦੇ ਵਿੱਚ ਲੱਗੇ ਰਹਿੰਦੇ ਹਨ। ਉਹਦੇ ਪਿਆਰਿਆਂ ਦੀ ਨੁਕਤਾਚੀਨੀ, ਪ੍ਰਭੂ ਦੇ ਭਗਤਾਂ ਦੀ ਨੁਕਤਾਚੀਨੀ। ਉਹ ਲੋਕ ਹਨ ਜਿਹੜੇ ਕੁਦਰਤ ਦੇ ਨਾਲ ਵੀ ਸ਼ਰੀਕੇਬਾਜ਼ੀ ਕਰਦੇ ਹਨ। ਪ੍ਰਭੂ ਨੇ ਉਹਨਾਂ ਨੂੰ ਕੁੜਿਆਰ, ਚੋਰ, ਹਰਾਮਖੋਰ, ਸੰਤ ਕੇ ਦੋਖੀ, ਸੰਤ ਕੇ ਨਿੰਦਕ ਕਹਿ ਕੇ ਉਹਨਾਂ ਨੂੰ ਬਣਦੀ ਜਗ੍ਹਾ ਦਰਸਾਈ ਹੈ। ਪ੍ਰੀਤਮ ਪਿਆਰੇ ਨੇ ਉਹਨਾਂ ਉੱਤੇ ਇੱਕ ਅਨੋਖੀ ਮਿਹਰ ਵੀ ਕੀਤੀ ਹੈ ਕਿ ਜਦ ਕਦੇ ਤੁਸੀਂ ਪਰਾਈ ਚੁਗਲੀ, ਨਿੰਦਿਆ, ਭਗਤਾਂ ਦਾ ਸ਼ੋਸ਼ਣ ਕਰਨਾ ਬੰਦ ਕਰ ਦੇਵੋ, ਤੁਹਾਡੇ ਦਿਲ ਦੇ ਵਿੱਚ ਪਛਤਾਤਾਪ ਆ ਜਾਵੇ, ਤਾਂ ਕਿਸੇ ਗੁਰੂ ਦੇ ਪਿਆਰੇ ਕੋਲ ਚਲੇ ਜਾਓ। ਉਹ ਸਮਰੱਥ ਹੈ, ਸਾਖਸ਼ਾਤ ਪ੍ਰਭੂ ਦਾ ਰੂਪ ਹੈ, ਤੁਹਾਡੇ ਉੱਤੇ ਕਿਰਪਾ ਕਰ ਦੇਵੇਗਾ, ਤੁਹਾਡੇ ਲਈ ਮੋਕਸ਼ ਦਾ ਦਰਵਾਜ਼ਾ ਖੋਲ੍ਹ ਦੇਵੇਗਾ। ਤੁਹਾਡੇ ਸਾਰੇ ਕੀਤੇ ਅਪਰਾਧ ਮੁੱਕ ਜਾਣਗੇ, ਤੁਸੀਂ ਮੁੜ ਕੇ ਪ੍ਰਭੂ ਦੇ ਸੇਵਕ ਬਣ ਸਕਦੇ ਹੋ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਚੌਥੇ ਪਦ ਦੇ ਵਿੱਚ ਮਿਹਰ ਕੀਤੀ ਹੈ, ਸ਼ਰਨ ਜੋਗ ਸੁਨ ਸ਼ਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਸੁਣ ਕੇ ਕਿ ਉਹ ਆਪਣੇ ਆਪ ਵਿੱਚ ਮਹਾਨ ਹੈ,
ਬਖਸ਼ ਲੈਂਦਾ ਹੈ, ਕਿਸੇ ਪਨਾਹਗੀਰ ਨੂੰ ਮੋੜਦਾ ਨਹੀਂ ਹੈ। ਉਹ ਸਮਰੱਥ ਹੈ, ਦਿਆਲੂ ਹੈ, ਕਿਰਪਾਲੂ ਹੈ, ਬਖਸ਼ੰਦ ਹੈ। ਇਹ ਸੁਣ ਕੇ ਉਹਦੀ ਸ਼ਰਨ ਦੇ ਵਿੱਚ ਆ ਗਏ, ਪ੍ਰੀਤਮ ਪਿਆਰੇ ਦੇ ਚਰਨਾਂ ਦੇ ਵਿੱਚ ਢਹਿ ਪਏ। ਸ਼ਰਨ ਜੋਗ ਸੁਨ ਸ਼ਰਨੀ ਆਏ। ਉਹ ਬਖਸ਼ੰਦ ਪਿਤਾ ਦੇ ਚਰਨਾਂ ਦੇ ਵਿੱਚ ਢਹਿ ਪਏ ਹਾਂ। ਕਰ ਕਿਰਪਾ ਪ੍ਰਭ ਆਪ ਮਿਲਾਏ। ਉਸ ਮਿਹਰਬਾਨ ਨੇ ਆਪਣੀ ਕਿਰਪਾ ਧਾਰ ਲਈ ਤੇ ਸਾਨੂੰ ਵਿਚਾਰਿਆਂ ਨੂੰ ਉਹਨੇ ਗਲ ਦੇ ਨਾਲ ਲਾ ਲਿਆ। ਉਹ ਮਹਾਨ ਬਖਸ਼ੰਦ ਪਿਤਾ ਦਿਆਲੂ ਹੋ ਗਿਆ, ਕਿਰਪਾਲੂ ਹੋ ਗਿਆ। ਉਹਨੇ ਆਪ ਪਿਆਰ ਨਾਲ ਬਾਂਹ ਤੋਂ ਪਕੜ ਕੇ ਗਲਵੱਕੜੀ ਪਾ ਕੇ ਸਾਨੂੰ ਸੰਭਾਲ ਲਿਆ, ਮਿਲਾ ਲਿਆ ਆਪਣੇ ਆਪ ਦੇ ਨਾਲ। ਕਰ ਕਿਰਪਾ ਪ੍ਰਭ ਆਪ ਮਿਲਾਏ। ਉਹਦੀ ਮਿਹਰ ਦੇ ਨਾਲ ਉਹਨੇ ਸਾਡੇ ਵਰਗੇ ਨਿਮਾਣਿਆਂ ਨਤਾਣਿਆਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦਿੱਤੀ। ਮਿਟ ਗਏ ਵੈਰ ਭੈ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੇਨ। ਵੈਰ ਵਿਰੋਧ ਖਤਮ ਹੋ ਗਿਆ, ਸੰਤਾਪ ਕੱਟਿਆ ਗਿਆ। ਸਾਰੀ ਦੁਨੀਆ ਆਪਣੀ ਹੀ ਲੱਗਣ ਲੱਗ ਪਈ। ਪ੍ਰਭੂ ਦੀ ਕਿਰਪਾ ਦੇ ਨਾਲ ਪਰਾਇਆਪਣ ਖਤਮ ਹੋ ਗਿਆ। ਹੁਣ ਹਰ ਕੋਈ ਆਪਣਾ ਹੀ ਲੱਗ ਰਿਹਾ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਹਰ ਕਿਸੇ ਦੇ ਚਰਨਾਂ ਦੀ ਧੂੜ ਬਣ ਗਏ। ਇੰਨੀ ਨਿਮਰਤਾ, ਇੰਨਾ ਸਬਰ, ਇੰਨਾ ਸੰਤੋਖ ਉਹਨੇ ਮਿਹਰ ਕਰਕੇ ਅਪਾ ਦਿੱਤਾ ਕਿ ਮਿੱਟੀ ਹੋ ਗਏ, ਚਰਨਾਂ ਦੀ ਧੂੜ ਬਣ ਗਏ। ਵਿਰੋਧ ਖਤਮ ਹੋ ਗਿਆ, ਕੋਈ ਬਗਾਨਾ ਲੱਗਦਾ ਹੀ ਨਹੀਂ। ਅੰਮ੍ਰਿਤ ਨਾਮ ਸਾਧ ਸੰਗ ਲੇਨ। ਪ੍ਰਭੂ ਦਾ ਅੰਮ੍ਰਿਤਮਈ ਨਾਮ ਪ੍ਰਾਪਤ ਹੋ ਗਿਆ ਹੈ। ਸਾਧੂਆਂ ਦੀ ਸੰਗਤ ਦੇ ਨਾਲ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਸਾਧੂ ਮਿਲਾ ਦਿੱਤੇ, ਆਪ ਦੇ ਦੁਲਾਰੇ, ਆਪ ਦੇ ਪਿਆਰੇ ਸੇਵਕ, ਜਿਨ੍ਹਾਂ ਵਿੱਚ ਉਹ ਵੱਸਦਾ ਹੈ, ਜਿਹੜੇ ਦਿਨ ਰਾਤ ਉਹਦਾ ਗੀਤ ਗਾਉਂਦੇ ਹਨ, ਜਿਹੜੇ ਦਿਨ ਰਾਤ ਉਹਨੂੰ ਸਿਮਰਦੇ ਹਨ, 24 ਘੰਟੇ ਉਹਦੀ ਸਾਧਨਾ, ਉਹਦੀ ਆਰਾਧਨਾ ਕਰਦੇ ਹਨ। ਉਹਨਾਂ ਦਾ ਸੰਗ ਪ੍ਰਾਪਤ ਹੋ ਗਿਆ। ਸੰਗ ਪ੍ਰਾਪਤ ਹੋਣ ਦੇ ਨਾਲ ਅੰਮ੍ਰਿਤ ਦਾ ਖਜ਼ਾਨਾ, ਅੰਮ੍ਰਿਤ ਦਾ ਨਾਮ, ਸੱਚੇ ਪਾਤਸ਼ਾਹ ਦਾ ਮਿੱਠਾ ਨਾਮ ਪ੍ਰਾਪਤ ਹੋ ਗਿਆ। ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਮੇਰੇ ਪਰਮੇਸ਼ਰ, ਮੇਰੇ ਪ੍ਰਭੂ ਪ੍ਰਸੰਨ ਹੋ ਗਏ, ਖੁਸ਼ ਹੋ ਗਏ। ਮੇਰੇ ਦਿਲ ਦੀ ਰੀਝ ਇਹ ਪੂਰੀ ਹੋ ਗਈ ਕਿ ਮੈਂ ਜਿਹੜੀ ਸੇਵਾ ਕੀਤੀ ਹੈ ਉਹ ਸਫਲ ਹੋ ਗਈ ਹੈ। ਮੈਂ ਜਿਹੜੇ ਸਾਹਿਬ ਦੀ ਚਾਕਰੀ ਕੀਤੀ ਹੈ, ਗੁਲਾਮ ਬਣ ਕੇ ਆਪਣੇ ਮਾਲਕ ਦੀ ਨੌਕਰੀ ਕੀਤੀ ਹੈ, ਮੇਰੀ ਨੌਕਰੀ ਸੰਪੂਰਨ ਹੋ ਗਈ ਹੈ। ਉਹਨੇ ਮੈਨੂੰ ਅਸ਼ੀਰਵਾਦ ਦੇ ਦਿੱਤੀ ਹੈ। ਜਦੋਂ ਪੂਰਨ ਪ੍ਰਸੰਨ ਹੋ ਗਏ, ਕਿਰਪਾ ਧਾਰ ਲਈ ਤੇ ਮੈਂ ਤਰ ਗਿਆ। ਸੋ ਪ੍ਰਸੰਨ ਭੈ ਗੁਰਦੇਵ। ਮੇਰੇ ਪ੍ਰੀਤਮ, ਮੇਰੇ ਪਿਆਰੇ ਬਹੁਤ ਬਹੁਤ ਕਿਰਪਾਲੂ ਦਿਆਲੂ ਹੋ ਗਏ ਤੇ ਮੇਰੇ ਉੱਤੇ ਕਿਰਪਾ ਹੋ ਗਈ। ਆਲ
ਜੰਜਾਲ ਵਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਿਤੇ। ਉਹਦੀ ਕਿਰਪਾ ਦੇ ਨਾਲ ਕੰਨਾਂ ਨੇ ਪ੍ਰਭੂ ਦਾ ਗੀਤ ਸੁਣਿਆ, ਕੀਰਤਨ ਸੁਣਿਆ, ਵਿਚਾਰ ਸੁਣਿਆ, ਸਰਵਣ ਕੀਤਾ। ਜ਼ੁਬਾਨ ਨੇ, ਰਸਨਾ ਨੇ ਕਿਹਾ, ਗਾਇਆ, ਉਹਦਾ ਨਾਮ ਜਪਿਆ। ਕਿਰਪਾ ਹੋ ਗਈ ਮਨ ਦੇ ਉੱਤੇ, ਆਦਤ ਬਣ ਗਈ, ਉਚਾਰਨ ਹੋਣ ਲੱਗਿਆ, ਜੀਵਨ ਬਦਲ ਗਿਆ। ਦਿਨ ਰਾਤ, ਸਵਾਸ ਸਵਾਸ ਉਸ ਪਿਆਰੇ ਦਾ ਨਾਂ ਜਪਣ ਨਾਲ, ਨਾਮ ਸੁਣਨ ਨਾਲ ਜ਼ਿੰਦਗੀ ਹੀ ਬਦਲ ਗਈ। ਜ਼ਿੰਦਗੀ ਦੇ ਵਿੱਚ ਜਿਹੜਾ ਤ੍ਰਿਸ਼ਨਾ ਦਾ ਜਾਲ ਵਿਛਿਆ ਹੋਇਆ ਸੀ, ਜਿਹੜੇ ਏਡੇ ਬੜੇ ਸੰਗਲ ਫਿਕਰ ਦੇ ਤੜੇ ਹੋਏ ਸੀ ਸਰੀਰ ਦੇ ਆਲੇ ਦੁਆਲੇ, 24 ਘੰਟੇ ਮਨ ਦੇ ਵਿੱਚ ਵਿਕਾਰਾਂ ਦੇ ਖਿਆਲ ਆਉਂਦੇ ਸਨ, ਉਹ ਸਾਰੇ ਦੇ ਸਾਰੇ ਨਸ਼ਟ ਹੋ ਗਏ। ਜੀਵਨ ਸੁਤੰਤਰ ਹੋ ਗਿਆ। ਉਹਦੀ ਕਿਰਪਾ ਦੇ ਨਾਲ ਮਿਹਰ ਅਪਾਰ ਹੋ ਗਈ। ਉਹ ਜਾਲ ਮਾਇਆ ਦਾ ਬੁਣਿਆ ਹੋਇਆ ਟੁੱਟ ਗਿਆ। ਇੰਨੀ ਆਜ਼ਾਦੀ ਮਿਲ ਗਈ, ਇੱਕ ਪਿਆਰਾ ਮਿੱਠਾ ਸਕੂਨ ਆ ਗਿਆ। ਸੰਸਾਰੀ ਪਵਾੜਿਆਂ ਤੋਂ, ਪਾਪਾਂ ਤੋਂ ਖਹਿੜਾ ਛੁੱਟ ਗਿਆ। ਉਸ ਪ੍ਰੀਤਮ ਪਿਆਰੇ ਨੇ ਬਚਾ ਲਿਆ। ਕਰ ਪ੍ਰਸ਼ਾਦ ਦਿਆ ਪ੍ਰਭ ਧਾਰੀ, ਮੇਰੇ ਅਕਾਲ ਪੁਰਖ ਨੇ ਮਿਹਰ ਕਰਕੇ ਰਹਿਮ ਕਰ ਦਿੱਤਾ, ਮੇਰੇ ਉੱਤੇ ਕਿਰਪਾ ਕਰ ਦਿੱਤੀ। ਕਰ ਪ੍ਰਸ਼ਾਦ ਦਿਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ। ਮੇਰਾ ਜਿਹੜਾ ਬੱਖਰ ਸੀ ਉਹ ਸਹੀ ਸਲਾਮਤ ਠਿਕਾਣੇ ਉੱਤੇ ਪਹੁੰਚ ਗਿਆ। ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਪੂਰਨ ਹਨ, ਸੰਪੂਰਨ ਹਨ। ਜਦ ਵੀ ਉਹ ਪਿਆਰੇ ਦੀ ਬਾਂਹ ਪਕੜਦੇ ਹਨ ਤਾਂ ਤਾਰ ਦਿੰਦੇ ਹਨ। ਉਹਦੀ ਕਿਰਪਾ ਦੇ ਨਾਲ, ਉਹਦੀ ਮਿਹਰ ਦੇ ਨਾਲ ਡੁੱਬਦੇ ਜਹਾਜ਼ ਤਰ ਜਾਂਦੇ ਹਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਗੁਰੂ ਪਿਆਰਿਓ, ਆਪਾਂ ਇੱਕ ਵੇਰ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸ਼ਰਨ ਜੋਗ ਸੁਨ ਸ਼ਰਨੀ ਆਏ। Hearing the God is capable giving shelter, I have come to seek his shelter. ਕਰ ਕਿਰਪਾ ਪ੍ਰਭ ਆਪ ਮਲਾਏ, showing his mercy, the Lord has united me with himself. He is always blissful. He is always kind. He never gave punishment. He is an ocean of pardon, mercy. So he showed his mercy and he gave the grace to unite me with himself. ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੇਨ। All the enmity is gone. Dislike no more exists in me. I feel like that I'm the dust of everybody's feet. Became so humble, all the pride is gone. Pride brings the enmity, anger brings the enmity,
Greed brings the enmity. All that is finished. Now love is the only one left. God's love, and it is all cleaned up system now. Everything is just love, love, love. No enmity. Everybody looks like my own. Amrit Naam Sadh Sang Len. In the company of saints, I obtained the nectarous name, Guru's name. God gave me the blessing. He accepted me. With His grace, I met His servants, His humble lovers, who showed me the path. I followed them. I followed their instructions, and I joined their company, and I listened the appreciation of God with them, and I sang the song Guru's name with them. Then finally I got the nectar, I got the name, and God accepted me. So प्रसन्न भये गुरुदेव, पूर्ण होई सेवक की सेव. Divine Guru is well pleased now. He accepted me, and the service of the servant has borne fruit. He became so kind, so pleased with me on my performance, on my job. Master is so happy that he gave me the pardon, and he appreciated my work, my seva, my service. आल जजाल बकार ते रहते, राम नाम सुन रसना कहते. The system is changed. I used to be worried all the time. I used to be in pain of stress. I used to be always sleepless, always worried, because Maya's chains entangled me, and my worries every time gave me pain. I had bodily diseases and mentally diseases created with my worries. That was my life, full of sorrows. Now, when I changed my schedule, I start remembering Lord. My ears start listening Kirtan. My eyes start reading Gurbani, Guru's name. Everything is changed now. I am out of sins. I am out of fights. I am out of false discussions. Now my life is changed. I am free, and I am sitting in God's feet. By hearing Lord's name and repeating it with my tongue, I have become freed from worldly entanglements of sins. कर प्रसाद दया प्रभ धारी, नानक निभि खेप हमारी. By His grace, the Lord has shown mercy unto me. Nanak, my merchandise, has safely arrived with His grace. Kar prasad daya prabh dhari.
with Guru's grace, with his pardon, my ship has crossed the waters and reached safe on the destination. ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਪ੍ਰਾਣੀ, ਤੇਰਾ ਜੀਵਨ ਬਹੁਤ ਵਡਮੁੱਲਾ ਹੈ। ਤੂੰ ਮਾਇਆ ਦੀ ਲਸਟ ਦੇ ਵਿੱਚ ਗਵਾਚ ਚੁੱਕਿਆ ਹੈ। ਮਾਇਆ ਦੇ ਰੰਗਾਂ ਨੇ ਤੈਨੂੰ ਘੇਰ ਲਿਆ ਹੈ, ਤੈਨੂੰ ਫਸਾ ਲਿਆ ਹੈ। ਤੈਨੂੰ ਇਹ ਪਤਾ ਵੀ ਨਹੀਂ ਚੱਲਦਾ ਕਿ ਤੂੰ ਫਸ ਗਿਆ ਹੈ। ਜੀਵਨ ਪ੍ਰਭੂ ਨੇ ਤੈਨੂੰ ਭਵਜਲ ਪਾਰ ਕਰਨ ਦੇ ਲਈ ਪ੍ਰਦਾਨ ਕੀਤਾ ਹੈ। ਪ੍ਰਭੂ ਨੇ ਤੈਨੂੰ ਪਸੰਦ ਕੀਤਾ ਹੈ। ਪ੍ਰਭੂ ਨੇ ਤੈਨੂੰ ਪਿਆਰਿਆ ਹੈ, ਤਦੇ ਤਾਂ ਤੈਨੂੰ ਇਹ ਜੀਵਨ ਦਿੱਤਾ ਹੈ। ਤਦੇ ਤਾਂ ਤੂੰ ਮਾਤ ਲੋਕ ਦੇ ਵਿੱਚ ਆਇਆ ਹੈ, ਇਨਸਾਨੀ ਜਾਮਾ ਪ੍ਰਾਪਤ ਕੀਤਾ ਹੈ। ਪਰ ਤੂੰ ਰੰਗਾਂ ਦੇ ਵਿੱਚ ਗਵਾਚ ਗਿਆ। ਤੈਂ ਉਸ ਦਾਤੇ ਵੱਲ ਪਿੱਠ ਕਰ ਲਈ। ਹੁਣ ਵੀ ਕੁਝ ਨਹੀਂ ਵਿਗੜਿਆ। ਉਹਦੀ ਮਿਹਰ ਦੇ ਨਾਲ ਤੂੰ ਤਰ ਸਕਦਾ ਹੈ। ਉਹਦੇ ਸੇਵਕਾਂ ਦੀ ਮਿਹਰ ਦੇ ਨਾਲ। ਪਰ ਤੈਨੂੰ ਉਹ ਪ੍ਰਾਪਤ ਹੋਣਗੇ ਉਹਦੀ ਕਿਰਪਾ ਦੇ ਨਾਲ ਹੀ। ਸੱਚੇ ਪਾਤਸ਼ਾਹ ਮਿਹਰ ਕਰਕੇ ਤੈਨੂੰ ਸਮਝਾਉਂਦੇ ਹਨ ਕਿ ਉਹ ਬਖਸ਼ਣਯੋਗ ਹੈ। ਉਹਦਾ ਦਰਵਾਜ਼ਾ ਹਮੇਸ਼ਾ ਹੀ ਖੁੱਲ੍ਹਾ ਹੈ। ਜੋ ਵੀ ਉਹਦੀ ਸ਼ਰਨ ਦੇ ਵਿੱਚ ਗਿਆ ਤਾਂ ਉਹਨੇ ਬਚਾ ਲਿਆ। ਛੋਟਾ ਜਿਹਾ ਪ੍ਰਹਲਾਦ ਬਾਲ ਅਵਸਥਾ, ਉਹਦਾ ਪਿਆਰਾ ਭਗਤ ਆਪਣੇ ਪਿਤਾ ਦਾ ਕਹਿਰ, ਪਿਤਾ ਦਾ ਰੱਬ ਬਣਨਾ ਨਾ ਸਹਿ ਸਕਿਆ। ਪ੍ਰਭੂ ਨੂੰ ਹੀ ਪ੍ਰਭੂ ਮੰਨਿਆ। ਸਗੋਂ ਆਪਣੇ ਨਾਲ ਦੇ ਨੰਨੇ ਮੁੰਨੇ ਸਾਥੀਆਂ ਨੂੰ ਸਮਝਾਉਣ ਲੱਗ ਪਿਆ ਕਿ ਲੋਕ ਝੂਠ ਬੋਲਦੇ ਹਨ। ਮੇਰਾ ਪਿਤਾ ਰਾਮ ਨਹੀਂ ਹੈ। ਮੇਰਾ ਪਿਤਾ ਕਿਵੇਂ ਰੱਬ ਹੋ ਸਕਦਾ ਹੈ? ਉਹ ਰਾਜਾ ਹੈ ਪਰ ਰੱਬ ਨਹੀਂ ਹੈ। ਗੁਰੂ ਪਿਆਰਿਓ, ਹੰਕਾਰੀ ਤੇ ਤਾਕਤ ਦੋਨੇ ਚੀਜ਼ਾਂ ਮਿਲ ਜਾਂਦੀਆਂ ਹਨ ਤਾਂ ਇਨਸਾਨ ਵਿਨਾਸ਼ ਰੂਪ ਬਣ ਜਾਂਦਾ ਹੈ। ਆਪਣੇ ਹੀ ਪੁੱਤਰ ਦੀ ਬਗਾਵਤ, ਆਪਣੇ ਹੀ ਪੁੱਤਰ ਦਾ ਸੱਚ ਹਰਨਾਕਸ਼ ਤੋਂ ਸੁਣਿਆ ਨਾ ਗਿਆ। ਤਾਕਤ ਦੇ ਲਈ ਦੁਨੀਆ ਦੇ ਵਿੱਚ ਕਿੰਨੇ ਪੁੱਤਰਾਂ ਨੇ ਪਿਓਆਂ ਦੇ ਕਤਲ ਕੀਤੇ ਹਨ ਜਾਂ ਪਿਓਆਂ ਨੇ ਪੁੱਤਰਾਂ ਨੂੰ ਮਾਰਿਆ ਹੈ। ਇਹ ਸੁਭਾਵਕ ਹੈ ਕੁਰਸੀ ਦੀ ਲਾਲਸਾ। ਹਰਨਾਕਸ਼ ਨੇ ਆਪਣੇ ਹੀ ਪੁੱਤਰ ਨੂੰ ਸਜ਼ਾਏ ਮੌਤ ਦੇ ਦਿੱਤੀ ਕਿ ਇਹ ਬਾਗੀ ਹੋ ਗਿਆ, ਇਹ ਮੈਨੂੰ ਰੱਬ ਨਹੀਂ ਮੰਨਦਾ, ਇਹਦਾ ਰੱਬ ਨਕਲੀ ਹੈ, ਬੱਚਾ ਹੈ, ਬੇਸਮਝ ਹੈ, ਅਸਲੀ ਰੱਬ ਮੈਂ ਹਾਂ। ਹਰਨਾਕਸ਼ ਇਜ਼ ਦਾ ਗॉड। ਪਰ ਜਿਹੜਾ ਪ੍ਰਭੂ ਦਾ ਪਿਆਰਾ ਹੈ, ਜਿਹਨੂੰ ਉਹ ਸ਼ਰਨ ਦਿੰਦਾ ਹੈ, ਸ਼ਰਨ ਯੋਗ ਹੈ,
ਉਹ ਕਦੇ ਖਾਲੀ ਨਹੀਂ ਮੋੜਦਾ। ਪ੍ਰਹਲਾਦ ਨੂੰ ਪ੍ਰੀਤਮ ਨੇ ਸ਼ਰਨ ਦੇ ਦਿੱਤੀ। ਪਾਪੀ ਦਾ ਡਰ ਉਹਨੂੰ ਹਰਾ ਨਾ ਸਕਿਆ। ਜਿਹੜਾ ਵੀ ਪ੍ਰਯੋਜਨ ਬਣਾਇਆ ਪ੍ਰਹਲਾਦ ਨੂੰ ਮਾਰਨ ਦਾ, ਉਹ ਝੂਠਾ ਹੋ ਗਿਆ। ਅੱਗ ਵਿੱਚ ਵੀ ਨਾ ਸਾੜ ਸਕਿਆ। ਤੱਤੇ ਥੰਮ ਦੇ ਉੱਤੇ ਵੀ ਗਲਵੱਖੜੀ ਪਵਾ ਕੇ ਨਾ ਮਾਰ ਸਕਿਆ। ਅਖੀਰ ਦੇ ਵਿੱਚ ਪ੍ਰਹਲਾਦ ਜਿੱਤ ਗਿਆ। ਸ਼ਰਨ ਜੋਗ ਸੁਣ ਸ਼ਰਨੀ ਆਏ। ਪ੍ਰਹਲਾਦ ਨੇ ਸੁਣ ਲਿਆ ਸੀ ਕਿ ਮੇਰਾ ਪਿਤਾ, ਮੇਰਾ ਅਸਲੀ ਪਿਓ ਪ੍ਰਭੂ ਹੈ, ਜਿਹੜਾ ਮਿਹਰ ਕਰੇਗਾ। ਤੇ ਉਹਨੇ ਬਚਾ ਲਿਆ ਤੇ ਹਰਨਾਕਸ਼ ਦਾ ਖੁਰਾ ਖੋਜ ਮਿਟਾ ਦਿੱਤਾ। ਇਹ ਅੱਜ ਵੀ ਹੈ, ਇਹ ਕੱਲ੍ਹ ਨੂੰ ਵੀ ਰਹੇਗਾ ਤੇ ਅੱਜ ਤੱਕ ਵੀ ਹੁੰਦਾ ਆਇਆ ਹੈ। ਹਰ ਯੁੱਗ ਯੁੱਗ ਭਗਤ ਪਾਏ, ਪੈਜ ਰੱਖਦਾ ਆਇਆ ਰਾਮ ਰਾਜੇ। ਹਮੇਸ਼ਾ ਹੀ ਭਗਤਾਂ ਦੀ ਪੈਜ ਉਹ ਰੱਖਦਾ ਆਇਆ ਹੈ, ਆਪਣਿਆਂ ਨੂੰ ਬਚਾਉਂਦਾ ਆਇਆ ਹੈ। ਜਦ ਉਹ ਦਿਆਲੂ ਕਿਰਪਾਲੂ ਹੋ ਜਾਂਦਾ ਹੈ, ਫਿਰ ਹੱਥ ਦੇ ਨਾਲ ਬਚਾਉਂਦਾ ਹੈ। ਜਿੰਨੀ ਦੇਰ ਇਨਸਾਨ ਮੂੰਹ ਪਾਸੇ ਰੱਖਦਾ ਹੈ, ਉਹ ਕੁਝ ਕਹਿੰਦਾ ਨਹੀਂ। ਇਹੀ ਸੋਚਦਾ ਹੈ ਕਿ ਮੁੜ ਆਵੇਗਾ। ਜਿਵੇਂ ਪਿਤਾ ਹਮੇਸ਼ਾ ਇੰਤਜ਼ਾਰ ਕਰਦਾ ਹੈ ਆਪਣੇ ਬੱਚੇ ਦਾ, ਇਸੇ ਤਰ੍ਹਾਂ ਪ੍ਰਭੂ ਉਡੀਕਦਾ ਹੈ। ਫਿਰ ਆਪਣੀ ਕਿਰਪਾ ਦੇ ਨਾਲ ਆਪਣੇ ਬੱਚੇ ਨੂੰ ਹਿੱਕ ਦੇ ਨਾਲ ਲਾ ਲੈਂਦਾ ਹੈ। ਉਹਦਾ ਬੱਚਾ, ਜਿਹਦੇ ਉੱਤੇ ਮਾਇਆ ਦੀ ਕਾਲੀ ਪੱਟੀ ਬੰਨ੍ਹੀ ਕਰਨ ਕਰਕੇ ਉਹਨੂੰ ਦਿਸਦਾ ਕੁਝ ਨਹੀਂ ਸੀ, ਤੇ ਹੁਣ ਉਹ ਸਜਾਕਾ ਹੋ ਗਿਆ, ਨਾਮ ਨੂੰ ਪਹਿਚਾਣ ਗਿਆ। ਪ੍ਰਭੂ ਨੇ ਮਿਹਰ ਕਰ ਦਿੱਤੀ, ਆਪਣੇ ਸੀਨੇ ਦੇ ਨਾਲ ਲਗਾ ਲਿਆ, ਤੇ ਹੁਣ ਉਹਦੇ ਪਿਆਰੇ ਬੱਚੇ ਨੂੰ ਦੁਨੀਆ ਦੀ ਦੁਸ਼ਮਣੀ ਭੁੱਲ ਗਈ। ਉਹਨੂੰ ਕੋਈ ਬਗਾਨਾ ਨਜ਼ਰੇ ਨਹੀਂ ਆਉਂਦਾ। ਸਾਰੇ ਦੇ ਸਾਰੇ ਮਿੱਤਰ ਹਨ, ਸਾਥੀ ਹਨ। ਸਾਰਿਆਂ ਦੇ ਵਿੱਚ ਹੀ ਉਹ ਵਸਦਾ ਹੈ। ਇਹ ਅਵਸਥਾ ਅਕਸਰ ਹੀ ਗੁਰੂ ਦੇ ਪਿਆਰਿਆਂ ਨੂੰ ਪ੍ਰਾਪਤ ਹੋ ਜਾਂਦੀ ਹੈ। ਭਾਈ ਕਨ੍ਹਈਆ ਸੱਚੇ ਪਾਤਸ਼ਾਹ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਸੇਵਕ, ਬਹੁਤ ਪਿਆਰ ਕਰਨ ਵਾਲਾ ਸਿੱਖ। ਮੈਦਾਨੇ ਜੰਗ ਹੈ, ਬੈਰੀ ਸਿੱਖਾਂ ਦੇ ਨਾਲ ਲੜਦੇ ਹਨ। ਸਿੱਖ ਪੂਰਾ ਮੁਕਾਬਲਾ ਕਰਕੇ ਬੈਰੀਆਂ ਦਾ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ। ਯੁੱਧ ਜ਼ੋਰਾਂ ਉੱਤੇ ਹੈ, ਪਰ ਕਨ੍ਹਈਆ ਜਿਹੜਾ ਵੀ ਜ਼ਖਮੀ ਹੋ ਜਾਂਦਾ, ਚਾਹੇ ਆਪਣਾ ਚਾਹੇ ਬਗਾਨਾ, ਉਹਨੂੰ ਪਾਣੀ ਪਿਆ ਦਿੰਦਾ। ਮੁੜ ਕੇ ਤਕੜਾ ਹੋ ਜਾਂਦਾ, ਫਿਰ ਯੁੱਧ ਦੇ ਵਿੱਚ ਚਲੇ ਜਾਂਦਾ। ਸਿੱਖਾਂ ਨੂੰ ਇਹ ਚੰਗਾ ਨਾ ਲੱਗਿਆ। ਆਪਣਾ ਕਨ੍ਹਈਆ ਆਪਣਿਆਂ ਨੂੰ ਹੀ ਪਾਣੀ ਪਿਆਵੇ, ਇਹੀ ਗੱਲ ਚੰਗੀ ਹੈ। ਸਿੱਖਾਂ ਦੇ ਮਨ ਦੇ ਵਿੱਚ ਆਇਆ। ਜਦੋਂ ਭਾਈ ਕਨ੍ਹਈਆ ਨੂੰ ਇਹ ਦਿਸਿਆ ਹੀ ਨਹੀਂ, ਉਹ ਇਸੇ ਤਰ੍ਹਾਂ ਕਰਦਾ ਰਿਹਾ। ਕੌਣ ਬੈਰੀ ਹੈ, ਕੌਣ ਮਿੱਤਰ ਹੈ, ਤਾਂ ਸ਼ਿਕਾਇਤ ਸਿੱਖਾਂ ਨੇ ਪਾਤਸ਼ਾਹ ਦੇ ਕੋਲ ਕਰ ਦਿੱਤੀ। ਦੇਖੋ ਜੀ, ਅਸੀਂ ਲੜਦੇ ਹਾਂ, ਬੈਰੀਆਂ ਨੂੰ ਮਾਰਦੇ ਹਾਂ। ਤੁਹਾਡਾ ਸੇਵਕ ਕਨ੍ਹਈਆ ਉਹਨਾਂ ਨੂੰ ਜਾ ਕੇ ਪਾਣੀ ਪਿਆ ਦਿੰਦਾ ਹੈ। ਉਹ ਫਿਰ ਉੱਠ ਖੜ੍ਹੇ ਹੋ ਜਾਂਦੇ ਹਨ। ਫਿਰ
ਕਿਰਪਾਨਾਂ ਚੁੱਕ ਕੇ ਸਾਡੇ ਨਾਲ ਲੜਾਈ ਕਰਦੇ ਹਨ। ਇਹ ਠੀਕ ਨਹੀਂ ਹੈ। ਭਾਈ ਕਨ੍ਹਈਆ ਨੂੰ ਦਰਬਾਰ ਦੇ ਵਿੱਚ ਸੱਦਿਆ ਗਿਆ। ਸੱਚੇ ਪਾਤਸ਼ਾਹ ਨੇ ਬੁਲਾਇਆ। ਬਹੁਤ ਹੀ ਅਨੋਖਾ ਦ੍ਰਿਸ਼ ਸੀ। ਗੁਰੂ ਸਾਹਿਬਾਨ ਸਵਾਲ ਪੁੱਛਦੇ ਹਨ, ਭਾਈ ਕਨ੍ਹਈਆ, ਗੁਰੂ ਦੇ ਪਿਆਰਿਆਂ ਨੇ ਤੈਨੂੰ ਦੇਖਿਆ ਹੈ, ਤੂੰ ਦੁਸ਼ਮਣਾਂ ਦੀ ਸਹਾਇਤਾ ਕਰਦਾ ਹੈ, ਉਹਨਾਂ ਨੂੰ ਪਾਣੀ ਪਿਲਾਉਂਦਾ ਹੈ, ਉਹ ਫਿਰ ਉੱਠਦੇ ਹਨ, ਫਿਰ ਆਪਣੇ ਸਿੱਖਾਂ ਉੱਤੇ ਹਮਲਾ ਕਰਦੇ ਹਨ। ਸੱਚੇ ਪਾਤਸ਼ਾਹ, ਮੈਨੂੰ ਉੱਥੇ ਕੋਈ ਦੁਸ਼ਮਣ ਦਿਸਦਾ ਹੀ ਨਹੀਂ। ਹਰ ਇੱਕ ਦੇ ਚਿਹਰੇ ਦੇ ਉੱਤੇ ਤੁਸੀਂ ਹੀ ਹੋ। ਮੈਨੂੰ ਤਾਂ ਉੱਥੇ ਕਲਗੀਆਂ ਵਾਲਾ ਪਾਤਸ਼ਾਹ ਹੀ ਦਿਸਦਾ ਹੈ। ਸਾਰੇ ਪਾਸੇ ਹੀ ਪ੍ਰਭੂ ਨੂੰ ਭਾ ਗਿਆ ਕਨ੍ਹਈਆ। ਪ੍ਰਸੰਨ ਹੋ ਗਏ ਕਿ ਭਾਈ ਕਨ੍ਹਈਆ ਨੇ ਜਿਉਂਦੇ ਜੀ ਮੋਕਸ਼ ਪ੍ਰਾਪਤ ਕਰ ਲਿਆ ਹੈ, ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਗਏ ਹਨ। ਮਿਟ ਗਏ ਬੈਰ ਭੈ ਸਭ ਰਹਿਣ। ਭਾਈ ਕਨ੍ਹਈਆ ਸਾਰਿਆਂ ਦੇ ਬਣ ਗਏ ਹਨ। ਜਿਸ ਤਰ੍ਹਾਂ ਅੱਜ ਦੇ ਜ਼ਮਾਨੇ ਦੀ ਰੈੱਡ ਕਰਾਸ ਹੈ, ਭਾਈ ਕਨ੍ਹਈਆ ਨੇ ਰੈੱਡ ਕਰਾਸ ਦਾ ਆਰੰਭ ਰੱਖ ਦਿੱਤਾ, ਸ਼ੁਰੂ ਕਰ ਦਿੱਤੀ। ਸੱਚੇ ਪਾਤਸ਼ਾਹ ਨੇ ਗਲਵੱਖੜੀ ਪਾ ਲਈ, ਕੁੱਟ ਕੇ ਪਿਆਰ ਕੀਤਾ ਆਪਣੇ ਸਿੱਖ ਨੂੰ, ਤੇ ਨਾਲ ਹੀ ਕਹਿ ਦਿੱਤਾ, ਆ ਲੈ ਮੱਲਮ, ਨਾਲ ਲਗਾ ਦਿਆ ਕਰ, ਪਾਣੀ ਵੀ ਪਿਆਇਆ ਕਰ ਤੇ ਮੱਲਮ ਵੀ ਲਗਾਇਆ ਕਰ। ਭਾਈ ਕਨ੍ਹਈਆ, ਤੇਰੀ ਸੇਵਾ ਤੇ ਅਸੀਂ ਪ੍ਰਸੰਨ ਹਾਂ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਕਲਗੀਆਂ ਵਾਲੇ ਪਿਤਾ ਖੁਸ਼ ਹੋ ਗਏ। ਦਿਆਲੂ ਕਿਰਪਾਲੂ ਪ੍ਰਸੰਨ ਹੋ ਗਏ ਭਾਈ ਕਨ੍ਹਈਆ ਦੀ ਸੇਵਾ ਉੱਤੇ। ਗੁਰੂ ਪਿਆਰਿਓ, ਜਦ ਕਦੇ ਵੀ ਆਪਣਿਆਂ ਉੱਤੇ ਭੀੜ ਪਈ ਹੈ ਤਾਂ ਨਿਰੰਕਾਰ ਨੇ ਆ ਕੇ ਸਹਾਇਤਾ ਕੀਤੀ ਹੈ, ਦਇਆ ਕੀਤੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹਦੀ ਕਿਰਪਾ ਦੇ ਨਾਲ ਮੇਰੀ ਜਿਹੜੀ ਨਈਆ ਸੀ, ਮੇਰੀ ਜਿਹੜੀ ਕਿਸ਼ਤੀ ਸੀ, ਉਹ ਪਾਰ ਲੱਗ ਗਈ ਹੈ ਉਸ ਦਿਆਲੂ ਕਿਰਪਾਲੂ ਪ੍ਰਭੂ ਦੀ ਮਿਹਰ ਦੇ ਨਾਲ। ਗੁਰੂ ਪਿਆਰਿਓ, ਅੱਜ ਇੰਨਾ ਹੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।